TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਵੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਵੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਮੁਲਕ ਦੀ ਰਾਖੀ ਕਰਦਾ ਸਵਰਨਜੀਤ ਹੋਇਆ ਸ਼ਹੀਦ। ਮੂਸੇਵਾਲਾ ਕਤਲ ਕਾਂਡ ਤੋਂ ਪਹਿਲਾਂ 2 ਨੰਬਰਾਂ ਤੇ ਹੋਈ ਸੀ ਗੱਲਬਾਤ, ਉਸ ਦਾ ਖੁਲਾਸਾ। ਮੂਸੇਵਾਲਾ ਕਤਲ ਕਾਂਡ ਦਾ ਇੱਕ ਨਵਾਂ ਕਨੈਕਸ਼ਨ ਆਇਆ ਸਾਹਮਣੇ। STF ਨੂੰ ਮਿਲੀ ਵੱਡੀ ਕਾਮਯਾਬੀ, ਫੌਜੀ ਦਾ ਸਾਥੀ ਸ਼ਾਰਪ ਸ਼ੂਟਰ ਗ੍ਰਿਫਤਾਰ। IS ਪੋਪਲੀ ਦੀਆਂ ਮੁਸ਼ਕਲਾਂ ਵਿੱਚ ਹੋਇਆ ਵਾਧਾ ਅਤੇ ਮੁੱਖ ਮੰਤਰੀ ਵੱਲੋਂ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਨਿਰਦੇਸ਼ ਜਾਰੀ। ਦੋਸਤੋ, ਇਹ ਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਾ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਸਭ ਤੋਂ ਪਹਿਲਾਂ ਸਿੰਘਾਂ ਦੀ ਸਲੌਦੀ ਬਿਲਕੁਲ ਖੰਨੇ ਦੇ ਨੇੜੇ ਘੁੱਗਵਸਤਾ ਪਿੰਡ ਹੈ, ਬੜਾ ਮਸ਼ਹੂਰ ਪਿੰਡ ਹੈ। ਇਸ ਕਾਲਜ ਦੇ ਖੰਨੇ ਦੇ ਬਿਲਕੁਲ ਪਿਛਲੇ ਪਾਸੇ ਵਸਿਆ ਹੋਇਆ ਪਿੰਡ ਹੈ। ਉੱਥੋਂ ਦਾ ਇੱਕ ਫੌਜੀ ਨੌਜਵਾਨ ਮੁਲਕ ਦੀ ਰੱਖਿਆ ਕਰਦਾ ਸਵਰਨਜੀਤ ਸਿੰਘ ਲੇਹ ਲਦਾਖ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ ਹੈ। ਪਿੰਡ ਵਿੱਚ ਸੋਗ ਦੀ ਲਹਿਰ ਵੀ ਹੈ ਅਤੇ ਮਾਣ ਵੀ ਕੀਤਾ ਜਾ ਰਿਹਾ ਹੈ। ਅਸਲ ਦੇ ਵਿੱਚ ਬੀਤੇ ਦਿਨੀ ਲੇਹ ਲਦਾਖ ਦੇ ਵਿੱਚ ਡਿਊਟੀ ਤੋਂ ਪਰਤ ਰਹੇ ਸੀ ਫੌਜੀ ਜਵਾਨ। ਉਹਨਾਂ ਦੀ ਗੱਡੀ ਬਰਫ਼ ਵਿੱਚ ਧੱਸਣ ਤੋਂ ਬਾਅਦ ਤਿਲਕੀ ਅਤੇ ਡੂੰਘੀ ਖੱਡ ਵਿੱਚ ਜਾ ਡਿੱਗੀ। ਗੱਡੀ ਦੇ ਵਿੱਚ ਉਸ ਵਕਤ 3 ਫੌਜੀ ਜਵਾਨ ਸਵਾਰ ਸੀ, ਜਿਨ੍ਹਾਂ ਵਿੱਚ ਪਿੰਡ ਸਿੰਘਾਂ ਦੀ ਸਲੌਦੀ ਇੱਥੋਂ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਵੀ ਸੀ। ਹਾਦਸੇ ਦੇ ਵਿੱਚ ਸ਼ਹੀਦ ਹੋ ਗਿਆ, ਜਦ ਕਿ ਉਹਦੇ ਸਾਥੀ ਗੰਭੀਰ ਜ਼ਖਮੀ ਹੋ ਗਏ ਹੈ। ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਸਵਰਨਜੀਤ ਸਿੰਘ ਸਾਲ 2008 ਵਿੱਚ ਫੌਜ 'ਚ ਭਰਤੀ ਹੋਇਆ ਸੀ। ਵੱਖ-ਵੱਖ ਥਾਵਾਂ ਤੇ ਡਿਊਟੀ ਕਰਦੇ ਇਸ ਵਕਤ ਉਹ ਲੇਹ ਲਦਾਖ ਦੇ ਵਿੱਚ ਤਾਇਨਾਤ ਸੀ। ਕੁਝ ਕੁ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਗਿਆ ਸੀ। ਡਿਊਟੀ ਤੇ ਜਾਣ ਲੱਗਿਆਂ ਆਖਿਆ ਸੀ, ਮੈਂ ਬਹੁਤ ਜਲਦ ਡਿਊਟੀ ਪੂਰੀ ਕਰਕੇ ਘਰੇ ਵਾਪਸੀ ਕਰਾਂਗਾ। ਪਰ ਨਹੀਂ ਸੀ ਪਤਾ ਕਿ ਘਰੋਂ ਉਹ ਆਖਰੀ ਆਖਰੀ ਵਾਰ ਜਾ ਰਿਹਾ ਹੈ ਤੇ ਆਖਰੀ ਦਰਸ਼ਨ ਹੀ ਪਰਿਵਾਰ ਦੇ ਜੀ ਕਰਨਗੇ। ਤੇ ਅਚਨਚੇਤ ਇਹ ਭਾਣਾ ਵਾਪਰ ਗਿਆ। ਸ਼ਹੀਦ ਸਵਰਨਜੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਤਕਰੀਬਨ ਰਾਤ ਦੇ 11 ਕੁ ਵਜੇ ਸੀ। ਫੌਜ ਦੇ ਅਫਸਰਾਂ ਦਾ ਫੋਨ ਖੜਕਿਆ। ਉਹਨਾਂ ਦੀ ਦੁਨੀਆ ਹੀ ਉਜੜ ਗਈ। ਅੱਗਿਓਂ ਆਵਾਜ਼ ਆਈ ਕਿ ਤੁਹਾਡਾ ਲੜਕਾ ਸਵਰਨਜੀਤ ਸਿੰਘ ਮੁਲਕ ਦੀ ਸੇਵਾ ਕਰਦਾ ਸ਼ਹੀਦੀ ਜਾਮ ਪ੍ਰਾਪਤ ਕਰ ਗਿਆ। ਉਹਨਾਂ ਦੱਸਿਆ ਕਿ ਕਿਸੇ ਵਕਤ ਵੀ ਉਹਨਾਂ ਦੇ ਪੁੱਤਰ ਦੀ ਦੇਹ ਪਿੰਡ ਆ ਸਕਦੀ ਹੈ। ਸ਼ਹੀਦ ਦੇ ਪਿਤਾ ਨੇ ਕਿਹਾ ਕਿ ਜਿੱਥੇ ਮੇਰਾ ਪੁੱਤਰ ਇਸ ਦੁਨੀਆ ਤੋਂ ਤੁਰ ਗਿਆ, ਉਹਦੇ ਜਾਣ ਦਾ ਦੁੱਖ ਹੈ ਤੇ ਉੱਥੇ ਉਹਦੀ ਸ਼ਹੀਦੀ ਤੇ ਮਾਣ ਵੀ ਹੈ। ਸ਼ਹੀਦ ਦੀ ਮਾਤਾ ਮਨਜੀਤ ਕੌਰ ਆਪਣੇ ਕਲੇਜੇ ਦੇ ਟੁਕੜੇ ਸ਼ਹੀਦ ਸਵਰਨਜੀਤ ਸਿੰਘ ਦੀ ਫੋਟੋ ਛਾਤੀ ਨਾਲ ਲਾ ਕੇ ਵਿਰਲਾਪ ਕਰ ਰਹੀ ਸੀ। ਹਾਲ ਉਹਦਾ ਵੀ ਰੋ ਕੇ ਬੁਰਾ ਸੀ। ਉਹ ਆਖ ਰਹੀ ਸੀ, ਮੇਰਾ ਤਾਂ ਘਰ ਉਜੜ ਗਿਆ, ਪਰ ਫਿਰ ਵੀ ਮੈਨੂੰ ਮੇਰੇ ਪੁੱਤਰ ਦੀ ਸ਼ਹੀਦੀ ਤੇ ਮਾਣ ਹੈ। ਸ਼ਹੀਦ ਦੀ ਪਤਨੀ ਗੁਰਪ੍ਰੀਤ ਕੌਰ ਦਾ ਵੀ ਰੋ ਕੇ ਬੁਰਾ ਹਾਲ ਸੀ। ਰੋਂਦਿਆਂ ਆਖ ਰਹੀ ਸੀ ਕਿ ਮੇਰਾ ਪਤੀ ਮੈਨੂੰ ਵਾਪਸ ਚਾਹੀਦਾ ਹੈ, ਮੇਰੇ ਬੱਚਿਆਂ ਦਾ ਪਿਤਾ ਮੈਨੂੰ ਵਾਪਸ ਕਰ ਦਿਓ। ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਹਾਲੇ ਸ਼ਹੀਦੀ ਤੋਂ 1 ਦਿਨ ਪਹਿਲਾਂ ਹੀ ਉਹਨਾਂ ਦੀ ਗੱਲਬਾਤ ਹੋਈ ਸੀ। ਉਹਨਾਂ ਨੇ ਆਖਿਆ ਕਿ ਮੈਂ ਲੇਹ ਲਦਾਖ ਤੋਂ ਵਾਪਸ ਆ ਕੇ ਤੁਹਾਡੇ ਨਾਲ ਵੀਡੀਓ ਕਾਲ ਕਰਾਂਗਾ, ਕਿਉਂਕਿ ਉਸ ਵਕਤ ਉਹਨੇ ਦੱਸਿਆ ਕਿ ਇੱਥੇ ਨੈਟਵਰਕ ਚੰਗਾ ਨਹੀਂ। ਸ਼ਹੀਦ ਸਵਰਨਜੀਤ ਸਿੰਘ ਆਪਣੇ ਪਰਿਵਾਰ ਦੇ ਵਿੱਚ ਮਾਤਾ ਪਿਤਾ, ਆਪਣੀ ਘਰਵਾਲੀ, 2 ਬੱਚੀਆਂ ਅਤੇ 2 ਛੋਟੇ ਭਰਾ ਛੱਡ ਗਿਆ। ਸ਼ਹੀਦ ਦਾ ਛੋਟਾ ਭਰਾ ਸਰਬਜੀਤ ਸਿੰਘ ਵੀ ਫੌਜ ਦੇ ਵਿੱਚ ਸੇਵਾਵਾਂ ਇਸ ਵਕਤ ਕਰ ਰਿਹਾ ਤੇ ਮੁਲਕ ਦੀ ਸੇਵਾ ਕਰ ਰਿਹਾ। ਤੇ ਹੁਣ ਆਹ ਦੇਖੋ, ਚੜ੍ਹਦੀ ਉਮਰੇ ਫੌਜੀ ਜਵਾਨ ਵੀ ਜਾਂਦੇ ਹੈ, ਪਰ ਕੀ ਉਹਨਾਂ ਦੀ ਸ਼ਹੀਦੀ ਦੀ ਅਸੀਂ ਚਰਚਾ ਇੰਨੀ ਕਰਦੇ ਹਾਂ? ਸਾਨੂੰ ਕਦੇ ਬਹੁਤਾ ਦਰਦ ਹੀ ਨਹੀਂ ਮਹਿਸੂਸ ਹੁੰਦਾ। ਹਾਲਾਂਕਿ ਉਹ ਮੁਲਕ ਦੀ ਰਾਖੀ ਕਰਦਿਆਂ ਆਪਣੀ ਜਾਨ ਤੋਂ ਹੱਥ ਧੋਂਦੇ ਨੇ। ਸੋ ਇਹਨਾਂ ਦੀ ਸ਼ਹੀਦੀ ਨੂੰ ਸਲਾਮ ਹੈ, ਸਲੂਟ ਹੈ। ਪਰ ਸ਼ਹੀਦਾਂ ਨੂੰ ਮਾਣ ਜਿੰਨਾ ਵੀ ਬਣਦਾ ਹੈ ਉਹਨਾਂ ਅਸੀਂ ਦਿੱਤਾ ਨਹੀਂ। ਉਹਨਾਂ ਦੇ ਪਰਿਵਾਰਾਂ ਦਾ ਅਸੀਂ ਉਹਨਾਂ ਮਾਣ ਸਨਮਾਨ ਕਰਦੇ ਨਹੀਂ। ਇਹ ਦੁਖਾਂਤ ਹੈ। ਸੋ ਕਿਰਪਾ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੀ ਬਦੌਲਤ ਸਾਡੀਆਂ ਸਰਹੱਦਾਂ ਮਹਿਫੂਜ਼ ਨੇ, ਜਿਨ੍ਹਾਂ ਦੇ ਕਰਕੇ ਸਾਡਾ ਮੁਲਕ ਮਹਿਫੂਜ਼ ਹੈ, ਜਿਨ੍ਹਾਂ ਦੇ ਕਰਕੇ ਅਸੀਂ ਸੁੱਖ ਚੈਨ ਦੀ ਨੀਂਦ ਸੌਂਦੇ ਹਾਂ, ਜਿਨ੍ਹਾਂ ਦੇ ਕਰਕੇ ਜਦੋਂ ਉਹ ਲੇਹ ਲਦਾਖ ਦੇ ਵਿੱਚ ਬਰਫ਼ ਦੇ ਤੋਦਿਆਂ ਦੇ ਹੇਠਾਂ ਦੱਬ ਕੇ ਮਰ ਰਹੇ ਹੁੰਦੇ ਨੇ, ਸ਼ਹੀਦ ਹੋ ਰਹੇ ਹੁੰਦੇ ਨੇ, ਤੇ ਅਸੀਂ ਆਪਣੇ ਘਰਾਂ ਦੇ ਵਿੱਚ ਹੀਟਰ ਲਾ ਕੇ ਰਜਾਈਆਂ ਦੱਬ ਕੇ ਸੁੱਤੇ ਹੁੰਦੇ ਹਾਂ। ਸ਼ਹੀਦ ਦੇ
ਤੁਰ ਜਾਣ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ। ਤੇ ਅਗਲੀ ਗੱਲ ਕਰਦੇ ਹਾਂ ਆਪਾਂ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਨਾਲ ਸੰਬੰਧਿਤ ਕਈ ਜਾਣਕਾਰੀਆਂ ਨੇ। ਖਬਰ ਮਿਲ ਰਹੀ ਹੈ ਕਿ ਮੂਸੇਵਾਲੇ ਦੇ ਕਤਲ ਤੋਂ ਕੁਝ ਕੁ ਘੰਟੇ ਪਹਿਲਾਂ ਸਿਗਨਲ ਐਪ ਦੇ ਰਾਹੀਂ ਦੋ ਆਈਡੀਆਂ ਦੇ ਵਿਚਕਾਰ ਗੱਲਬਾਤ ਦੀ ਗੁੱਥੀ ਸੁਲਝਦੀ ਨਜ਼ਰ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹਨਾਂ ਚੋਂ ਦੋ ਨੰਬਰਾਂ ਚੋਂ ਇੱਕ ਪਾਸੇ ਸਾਹਿਲ, ਜਿਹਦੇ ਆਖਰੀ ਨੰਬਰ ਨੇ 000 ਅਤੇ ਦੂਸਰੇ ਪਾਸੇ ਇਸੇ ਤਰ੍ਹਾਂ ਹੈ 44 104 ਤੇ ਹੋਰ ਕਈ ਡਿਜਿਟ ਨੇ। ਸਾਰੇ ਨੰਬਰ ਦਾ ਖੁਲਾਸਾ ਹਾਲੇ ਕੀਤਾ ਨਹੀਂ ਗਿਆ। ਜਾਣਕਾਰੀ ਦੇ ਅਨੁਸਾਰ ਮੂਸੇਵਾਲਾ ਤੇ ਦਰਜਨਾਂ ਗੋਲੀਆਂ ਚੱਲੀਆਂ। ਬੜੀ ਬੇਰਹਿਮੀ ਦੇ ਨਾਲ ਪਿੰਡ ਜਵਾਹਰਕੇ ਦੇ ਵਿੱਚ ਕਤਲ ਕੀਤਾ ਗਿਆ, ਪਰ ਉਹਦੇ ਤੋਂ ਪਹਿਲਾਂ ਦੋ ਨੰਬਰਾਂ ਤੇ ਕਈ ਮਿੰਟਾਂ ਤੱਕ ਆਪਸ ਦੇ ਵਿੱਚ ਗੱਲਬਾਤ ਹੋਈ। ਖੁਫੀਆ ਏਜੰਸੀਆਂ ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਨੇ। ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਦੋਵਾਂ ਆਈਡੀਆਂ ਦੇ ਪਿੱਛੇ ਦਾ ਭੇਤ ਖੁੱਲ੍ਹ ਰਿਹਾ ਹੈ। ਮੰਨਿਆ ਜਾ ਰਿਹਾ ਕਿ ਸਾਹਿਲ, ਉਹ ਜਿਹੜਾ ਨੰਬਰ ਹੈ ਉਹਦੇ ਕੋਲੇ ਉਹ ਨੰਬਰ ਹਰਿਆਣਾ ਦੇ ਗੈਂਗਸਟਰ ਪ੍ਰਿਆਵਰਤ ਫੌਜੀ ਦਾ ਨੰਬਰ ਹੈ ਅਤੇ ਦੂਸਰਾ ਨੰਬਰ ਗੋਲਡੀ ਬਰਾੜ ਦਾ ਹੈ। ਹੁਣ ਇਹਦਾ ਮਤਲਬ ਕਨੈਕਸ਼ਨ ਜਿਹੜੇ ਹੁਣ ਤੱਕ ਜਾਂਚ ਪੜਤਾਲ ਦੇ ਵਿੱਚੋਂ ਸਾਹਮਣੇ ਆਏ ਨੇ, ਆਹ ਜਿਹੜੇ ਨੰਬਰ ਜਿਹੜੀ ਆਈਡੀ ਤੇ ਗੱਲਬਾਤ ਹੋਈ ਆ ਉਹ ਵੀ ਉਹਨਾਂ ਜਾਣਕਾਰੀਆਂ ਨੂੰ ਇਸ ਵਕਤ ਐਸਟੈਬਲਿਸ਼ ਕਰਦੀ ਹੈ। ਇਹ ਕਾਫੀ ਲੰਬੇ ਸਮੇਂ ਤੋਂ ਦਰਅਸਲ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸੀ। ਮੂਸੇਵਾਲੇ ਦੇ ਕਤਲ ਦੀ ਯੋਜਨਾ 2-3 ਮਹੀਨੇ ਪਹਿਲਾਂ ਕਾਫੀ ਜ਼ੋਰ ਫੜ ਗਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਿੰਨ ਵਾਰ ਨਹੀਂ, ਚਾਰ ਵਾਰ ਨਹੀਂ, ਸਗੋਂ 9 ਵਾਰ ਕੀਤੀਆਂ ਗਈਆਂ। ਮੰਨਿਆ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਅਤੇ ਹੋਰਨਾਂ ਨੂੰ ਗੁੱਸੇ ਤੱਕ ਇੱਥੋਂ ਤੱਕ ਆਖ ਦਿੱਤਾ ਸੀ ਕਿ ਤੁਸੀਂ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲੈ ਵੀ ਸਕਦੇ ਹੋ ਜਾਂ ਨਹੀਂ, ਮੈਨੂੰ ਸਾਫ਼-ਸਾਫ਼ ਦੱਸ ਦਿਓ। ਕਹਿੰਦੇ ਹੈ ਕਿ ਇਸੇ ਗੱਲ ਦੀ ਫਿਰ ਬੇਇੱਜ਼ਤੀ ਮਹਿਸੂਸ ਕੀਤੀ ਗੋਲਡੀ ਬਰਾੜ ਨੇ। ਉਹਨੇ ਆਖਿਆ ਰਾਜ ਕਰੇਗਾ ਖਾਲਸਾ, ਇੱਕ ਆਈਡੀ, ਤੇ ਦੂਸਰੇ ਪਾਸੇ ਮੂਸੇਵਾਲੇ ਨੂੰ ਖਤਮ ਕਰਨ ਵਾਸਤੇ ਫਿਰ ਉਹਨਾਂ ਨੇ ਵਿਸਥਾਰਤ ਯੋਜਨਾ ਬਣਾਈ। ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਫੌਜੀ ਅਤੇ ਅੰਕਿਤ ਸਿਰਸਾ, ਉਸ ਤੋਂ ਬਾਅਦ ਕਸ਼ਿਸ਼ ਕੁਲਦੀਪ, ਦੀਪਕ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਉਸ ਗਰੁੱਪ ਦੇ ਵਿੱਚ ਸ਼ਾਮਲ ਕੀਤਾ ਗਿਆ ਅਤੇ ਮੂਸੇਵਾਲੇ ਨੂੰ ਮਾਰਨ ਦੇ ਵਾਸਤੇ ਇੱਕ ਨਹੀਂ ਸਗੋਂ ਦੋ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਦੇ ਵਿੱਚ ਫੌਜੀ ਇੱਕ ਮੋਡਿਊਲ ਦੀ ਅਗਵਾਈ ਕਰ ਰਿਹਾ ਸੀ ਜਦਕਿ ਦੂਸਰੇ ਦੀ ਰੂਪਾ। ਦੋ ਗੱਡੀਆਂ ਸਨ, ਇੱਕ ਬਲੈਰੋ ਅਤੇ ਇੱਕ ਕਰੋਲਾ, ਜਿਸ ਦੇ ਵਿੱਚ AK-47 ਰਾਈਫਲਾਂ ਦੇ ਸਮੇਤ ਘੱਟੋ ਘੱਟ 11 ਹਥਿਆਰ ਰੱਖੇ ਗਏ ਸੀ। ਦੋਵਾਂ ਟੀਮਾਂ ਦਾ ਮਿਸ਼ਨ ਇੱਕੋ ਹੀ ਸੀ ਕਿ ਕੁਝ ਵੀ ਹੋ ਜੇ, ਕੋਈ ਵੀ ਕੀਮਤ ਉਤਾਰਨੀ ਪੈ ਜਾਏ, ਅੱਜ ਹਰ ਕੀਮਤ ਤੇ ਸਿੱਧੂ ਮੂਸੇਵਾਲਾ ਇਸ ਜਹਾਨ ਤੇ ਰਹਿਣਾ ਨਹੀਂ ਚਾਹੀਦਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਕਤਲ ਕਰਨ ਤੋਂ ਬਾਅਦ ਫਿਰ ਗੋਲਡੀ ਬਰਾੜ ਦੇ ਨਾਲ ਸੰਪਰਕ ਕਰਕੇ ਇਹ ਵੀ ਦੱਸਿਆ ਗਿਆ ਕਿ ਤੁਹਾਡੇ ਵੱਲੋਂ ਦਿੱਤੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ ਗਈ ਹੈ। ਤੇ ਹੁਣ ਇਹਦੇ ਵਿੱਚ ਨਵੇਂ ਕਨੈਕਸ਼ਨ ਸਾਹਮਣੇ ਆ ਰਹੇ ਨੇ। ਤੁਹਾਡੇ ਨਾਲ ਕੱਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਦੋ ਸ਼ੂਟਰ ਗ੍ਰਿਫਤਾਰ ਕੀਤੇ ਗਏ ਹੈ ਤੇ ਉਹਨਾਂ ਤੋਂ ਪੁੱਛਗਿੱਛ ਜਿਹੜੀ ਕੀਤੀ ਗਈ ਆ ਉਹਨਾਂ ਵਿੱਚ ਇਹ ਖੁਲਾਸੇ ਹੋ ਰਹੇ ਨੇ ਕਿ ਜਿਹੜੇ ਹਥਿਆਰ ਇਸਤੇਮਾਲ ਕੀਤੇ ਗਏ ਉਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਭਾਰਤ ਵਿੱਚ ਪੰਜਾਬ ਦੇ ਵਿੱਚ ਆਏ ਅਤੇ ਪ੍ਰਿਆਵਰਤ ਉਰਫ ਫੌਜੀ ਨੂੰ ਇਹ ਹਥਿਆਰ ਡਰੋਨ ਰਾਹੀਂ ਮੁਹੱਈਆ ਕਰਵਾਏ ਗਏ। ਇਹਨਾਂ ਹਥਿਆਰਾਂ ਦੇ ਵਿੱਚ 8 ਗ੍ਰਨੇਡ ਦੱਸੇ ਗਏ ਹੈ, ਇੱਕ ਅੰਡਰ ਬੈਰਲ ਗ੍ਰਨੇਡ ਲਾਂਚਰ ਦੱਸਿਆ ਗਿਆ ਹੈ, 9 ਇਲੈਕਟ੍ਰਿਕ ਡੈਟੋਨੇਟਰ ਅਤੇ ਇੱਕ AK-47 ਵੀ ਦੱਸੀ ਗਈ ਹੈ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ, ਦਰਅਸਲ ਇਹ ਰਿਪੋਰਟ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਸਾਹਮਣੇ ਆਈ ਹੈ ਕਿ ਫੌਜੀ ਅਤੇ ਗੋਲਡੀ ਬਰਾੜ ਨੇ ਆਪਸ ਦੇ ਵਿੱਚ ਇਹ ਟਿਕ ਲਿਆ ਸੀ, ਇਹ ਮਿੱਥ ਲਿਆ ਸੀ ਕਿ ਕੰਮ ਕਰਨਾ ਹੈ ਅਤੇ ਅਪ੍ਰੈਲ ਦੇ ਵਿੱਚ 4 ਲੱਖ ਰੁਪਏ ਇਸ ਕਤਲ ਦੀ ਸੁਪਾਰੀ ਗੋਲਡੀ ਬਰਾੜ ਦੇ ਵੱਲੋਂ ਪ੍ਰਿਆਵਰਤ ਫੌਜੀ ਨੂੰ ਦੇ ਦਿੱਤੀ ਗਈ ਸੀ। ਫੌਜੀ ਨੇ ਪੁੱਛਗਿੱਛ ਦੇ ਦੌਰਾਨ ਦੱਸਿਆ ਕਿ ਕਤਲ ਕੇਸ ਦੇ ਵਿੱਚ ਜਦੋਂ ਉਹ ਫਰਾਰ ਸੀ ਤਾਂ ਆਪਣੇ ਇੱਕ ਪੁਰਾਣੇ ਸਾਥੀ ਮੋਨੂ ਡਾਗਰ ਦੇ ਰਾਹੀਂ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਏ ਸੀ ਅਤੇ ਜਦੋਂ ਸ਼ਾਹਰੁਖ ਦੀ ਗ੍ਰਿਫਤਾਰੀ ਹੋ ਜਾਂਦੀ ਹੈ, ਜਿਹਨੂੰ ਇਸ ਕਤਲकांड ਦਾ ਜ਼ਿੰਮਾ ਦਿੱਤਾ ਹੋਇਆ ਸੀ, ਜਿਸ ਨੇ ਆ ਕੇ ਇਹ ਦੱਸਿਆ ਸੀ ਕਿ ਉੱਥੇ AK-47 ਵਾਲੇ ਬੈਠੇ ਹੈ, ਜੇ ਸਿੱਧੂ ਦਾ ਕਤਲ ਕਰਨਾ ਤਾਂ ਉਹਦੇ ਬਦਲਵੇਂ ਰੂਪ ਉਸ ਤਰ੍ਹਾਂ ਦੇ ਹਥਿਆਰ ਸਾਨੂੰ ਲੈ ਕੇ ਦਿਓ। ਪਰ ਉਹਦੇ ਤੋਂ ਬਾਅਦ 25 ਅਪ੍ਰੈਲ 2022 ਨੂੰ ਸ਼ਾਹਰੁਖ ਦੀ ਗ੍ਰਿਫਤਾਰੀ ਹੋ ਗਈ ਸੀ। ਉਹਦੀ ਗ੍ਰਿਫਤਾਰੀ ਤੋਂ ਬਾਅਦ ਗੋਲਡੀ ਬਰਾੜ ਡਾਗਰ ਦੇ ਸੰਪਰਕ ਵਿੱਚ ਆਇਆ ਅਤੇ ਡਾਗਰ ਨੇ ਫਿਰ ਉਹਨੂੰ ਫੌਜੀ ਦੇ ਨਾਲ ਮਿਲਾਇਆ। ਫਿਰ ਇੱਕ ਐਪ ਸਿਗਨਲ ਐਪ ਦੇ ਰਾਹੀਂ ਗੋਲਡੀ ਬਰਾੜ ਅਤੇ ਫੌਜੀ ਦੀ ਗੱਲਬਾਤ ਹੋਣੀ ਸ਼ੁਰੂ ਹੋਈ ਤੇ ਮੂਸੇਵਾਲੇ ਦੇ ਕਤਲ ਦੇ ਵਾਸਤੇ ਇੱਕ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਗਈ। ਗੋਲਡੀ ਬਰਾੜ ਨੇ ਹਥਿਆਰ ਵੀ, ਹੋਰ ਸ਼ੂਟਰ ਵੀ, ਰਹਿਣ ਦਾ, ਖਾਣ ਦਾ, ਪੀਣ ਦਾ ਇੰਤਜ਼ਾਮ ਕਰਨ ਦਾ ਜ਼ਿੰਮਾ ਵੀ
ਸਾਰਾ ਕੁਝ ਆਪਣੇ ਸਿਰ ਤੇ ਆਪਣੇ ਬੰਦਿਆਂ ਦੇ ਰਾਹੀਂ ਉਹਦੇ ਤੱਕ ਪੁੱਜਦਾ ਕੀਤਾ। ਅਤੇ ਮੈਂ ਤੁਹਾਨੂੰ ਕੱਲ ਵੀ ਦੱਸ ਰਿਹਾ ਸੀ ਕਿ ਪ੍ਰਿਆਵਰਤ ਉਰਫ ਫੌਜੀ ਪੁਣੇ ਦੇ ਇੱਕ ਆਰਮੀ ਸਕੂਲ ਦਾ ਸਟੂਡੈਂਟ ਰਿਹਾ। ਆ ਹੁਣ ਜਿਹੜਾ ਅਗਨੀ ਵੀਰਾਂ ਦਾ ਰੌਲਾ ਪੈਂਦਾ, ਲੋਕ ਇਹੋ ਹੀ ਤਾਂ ਸਿਰ ਫੜ ਕੇ ਸੋਚ ਰਹੇ ਨੇ ਕਿ ਟ੍ਰੇਨਿੰਗ ਕਿਹੋ ਜਿਹੀ ਲੈ ਕੇ ਆਉਣਗੇ 4 ਸਾਲਾਂ ਤੋਂ ਬਾਅਦ, ਜਦੋਂ ਬੇਰੁਜ਼ਗਾਰ ਹੋਣਗੇ ਤਾਂ ਭਵਿੱਖ ਕੀ ਹੋਏਗਾ। ਤੇ ਬਾਅਦ ਦੇ ਵਿੱਚ ਡਰੱਗਸ ਦੀ ਲੱਤ ਉਸ ਨੂੰ ਲੱਗ ਗਈ, ਫਿਰ ਕ੍ਰਾਈਮ ਦੀ ਦੁਨੀਆ ਨਾਲ ਜੁੜ ਗਿਆ। ਪ੍ਰਿਆਵਰਤ ਨੇ ਖੁਲਾਸਾ ਕੀਤਾ ਕਿ ਅਪ੍ਰੈਲ ਦੇ ਆਖਰੀ ਹਫ਼ਤੇ ਵਿੱਚ ਵੀ ਪੰਜਾਬ ਸੀ ਅਤੇ ਇੱਕ ਪਿੰਡ ਦੇ ਵਿੱਚ ਕਿਰਾਏ ਦੇ ਮਕਾਨ ਤੇ ਵੀ ਰਿਹਾ ਸੀ। ਇਸੇ ਦੌਰਾਨ ਉਹਨੇ ਸਿੱਧੂ ਮੂਸੇਵਾਲੇ ਦੇ ਘਰ ਦੀ ਰੇਕੀ ਵੀ ਕੀਤੀ ਸੀ, ਮੂਸੇਵਾਲੇ ਦੇ ਗਾਰਡਾਂ ਦੇ ਨਾਲ ਗੱਲਬਾਤ ਵੀ ਕੀਤੀ ਸੀ। 27 ਮਈ ਨੂੰ ਵੀ ਉਹ ਮੂਸੇਵਾਲਾ ਨੂੰ ਮਾਰ ਸਕਦੇ ਸੀ, ਕਿਉਂਕਿ ਉਸ ਦਿਨ ਵੀ ਉਹ ਸੁਰੱਖਿਆ ਕਰਮੀਆਂ ਤੋਂ ਬਗੈਰ ਆਪਣੇ ਘਰੋਂ ਨਿਕਲਿਆ ਸੀ। ਪਰ ਉਸ ਵਕਤ ਮਾੜੀ ਕਿਸਮਤ ਉਹ ਕਹਿੰਦੇ ਸਾਡੀ ਇਹ ਸੀ ਕਿ ਅਸੀਂ ਉਸ ਵਕਤ ਭਾਵ ਸ਼ੂਟਰ ਤਿਆਰ ਨਹੀਂ ਸੀ, ਜਾਂ ਇਹ ਆਖ ਸਕਦੇ ਹਾਂ ਕਿ ਮੂਸੇਵਾਲੇ ਦੀ ਕਿਸਮਤ ਉਸ ਦਿਨ ਚੰਗੀ ਸੀ। ਪਰ ਆਖਰਕਾਰ 29 ਮਈ ਦਾ ਉਹ ਮਨਹੂਸ ਦਿਨ ਚੜ੍ਹਦਾ ਹੈ ਜਦੋਂ ਸਿੱਧੂ ਮੂਸੇਵਾਲਾ ਆਪਣੇ 2 ਮਿੱਤਰਾਂ ਦੇ ਨਾਲ, ਇੱਕ ਗਵਾਂਢੀ ਸੀ ਤੇ ਇੱਕ ਚਚੇਰਾ ਭਰਾ ਸੀ, ਦੋਵਾਂ ਦੇ ਨਾਲ ਉਹ ਕਾਲੀ ਥਾਰ ਦੇ ਵਿੱਚ ਨਿਕਲਦਾ ਤੇ ਕਾਲੀ ਥਾਰ ਜਵਾਹਰਕੇ ਦੇ ਵਿੱਚ ਘੇਰ ਲਈ ਜਾਂਦੀ ਹੈ ਤੇ ਆਖਰਕਾਰ ਅੰਨ੍ਹੇਵਾਹ ਗੋਲੀਆਂ ਵਰਾ ਦਿੱਤੀਆਂ ਜਾਂਦੀਆਂ ਨੇ ਅਤੇ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਉਹਦੀ ਜਾਂਚ ਪੜਤਾਲ ਚੱਲ ਰਹੀ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹਦੇ ਕੁਝ ਹੋਰ ਖੁਲਾਸੇ ਹੋ ਸਕਦੇ ਹੈ। ਤੇ ਹੁਣ STF ਇੱਕ ਹੋਰ ਜਾਣਕਾਰੀ ਦੇ ਰਹੀ ਹੈ ਕਿ ਸਾਨੂੰ ਵੱਡੀ ਇੱਕ ਪ੍ਰਾਪਤੀ, ਇੱਕ ਵੱਡਾ ਵਿਅਕਤੀ, ਇੱਕ ਸ਼ਾਰਪ ਸ਼ੂਟਰ ਗ੍ਰਿਫਤਾਰ ਕੀਤਾ ਹੈ। ਬਹਾਦਰਗੜ੍ਹ STF ਦੀ ਟੀਮ ਇਸ ਨੂੰ ਵੱਡੀ ਕਾਮਯਾਬੀ ਦੱਸ ਰਹੀ ਹੈ। STF ਨੇ ਦੱਸਿਆ ਕਿ ਮੂਸੇਵਾਲਾ ਕਤਲकांड ਦੇ ਮੁੱਖ ਦੋਸ਼ੀ ਅਤੇ ਮਾਸਟਰਮਾਈਂਡ ਪ੍ਰਿਆਵਰਤ ਉਰਫ ਫੌਜੀ ਦਾ ਸਾਥੀ ਮੋਹਿਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਮੋਹਿਤ ਨੇ ਫੌਜੀ ਦੇ ਨਾਲ ਮਿਲ ਕੇ ਅਜੇ ਉਰਫ ਬਿੱਟੂ ਦੇ ਬਾਪ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਫੌਜੀ ਅਤੇ ਮੋਹਿਤ ਦੋਵੇਂ ਸੋਨੀਪਤ ਦੇ ਰਾਮਕਰਨ ਗੈਂਗ ਦੇ ਸ਼ਾਰਪ ਸ਼ੂਟਰ ਨੇ। ਗ੍ਰਿਫਤਾਰ ਮੁਲਜ਼ਮ ਮੋਹਿਤ ਰੋਹਤਕ ਦੇ ਕਲਾਨੌਰ ਦਾ ਰਹਿਣ ਵਾਲਾ ਹੈ। ਮੋਹਿਤ ਸੰਦੀਪ ਵਰਵਾਸਨੀ ਕਤਲ ਕੇਸ ਦੇ ਵਿੱਚ ਵੀ ਸ਼ਾਮਲ ਸੀ। ਮੋਹਿਤ ਦੇ ਉੱਤੇ 8 ਤੋਂ ਵੱਧ ਕਤਲਾਂ ਦੇ ਮਾਮਲੇ ਦਰਜ ਨੇ। ਹਰਿਆਣਾ ਪੁਲਿਸ ਨੇ ਮੋਹਿਤ ਦੇ ਉੱਤੇ 30,000 ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਮੋਹਿਤ ਨੂੰ STF ਬਹਾਦਰਗੜ੍ਹ ਦੀ ਟੀਮ ਨੇ ਸੋਨੀਪਤ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੋਹਿਤ ਨੂੰ ਸੋਨੀਪਤ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਵੀ ਲੈ ਲਿਆ ਹੈ। ਪੁਲਿਸ ਨੂੰ 1 ਸਾਲ ਤੋਂ ਮੁਲਜ਼ਮ ਮੋਹਿਤ ਕਲਾਨੌਰ ਦੀ ਭਾਲ ਸੀ, ਪਰ ਹੱਥ ਨਹੀਂ ਸੀ ਆਇਆ। 18 ਮਾਰਚ ਨੂੰ ਅਦਾਲਤ ਦੇ ਬਾਹਰ ਅਜੇ ਉਰਫ ਬਿੱਟੂ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਅਤੇ ਬਾਅਦ ਦੇ ਵਿੱਚ ਪਿੰਡ ਬਡੌਣਾ ਦੇ ਵਿੱਚ ਉਸਦੇ ਪਿਤਾ ਕ੍ਰਿਸ਼ਨ ਚੰਦ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਦੇ ਵਿੱਚ ਵੀ ਪੁਲਿਸ ਦੀ ਜਾਂਚ ਹਾਲੇ ਚੱਲ ਰਹੀ ਹੈ। ਪੁਲਿਸ ਨੇ ਫਰਾਰ ਮੁਲਜ਼ਮਾਂ ਮਨੂ ਲਲਹੇੜੀ ਅਤੇ ਮੋਹਿਤ ਕਲਾਨੌਰ ਤੇ 5-5 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਸੀ। ਘਟਨਾ ਤੋਂ ਬਾਅਦ ਹੋਈ ਪੁਲਿਸ ਦੀਆਂ 10 ਟੀਮਾਂ ਇਹਨਾਂ ਦੀ ਗ੍ਰਿਫਤਾਰੀ ਵਾਸਤੇ ਲਗਾਤਾਰ ਛਾਪੇਮਾਰੀ ਵੀ ਕਰ ਰਹੀਆਂ ਸੀ, ਪਰ ਮੁਲਜ਼ਮਾਂ ਨਾਲ ਉਦੋਂ ਤੱਕ ਨਾ ਕਦੇ ਆਮੋ ਸਾਹਮਣਾ ਹੋਇਆ ਸੀ, ਨਾ ਹੀ ਕਦੇ ਪੁਲਿਸ ਨੂੰ ਇਹਨਾਂ ਦਾ ਸੁਰਾਗ ਲੱਗਿਆ ਸੀ। ਤੇ 1 ਸਾਲ ਪਹਿਲਾਂ ਅਦਾਲਤ ਦੇ ਚੌਂਕ ਦੇ ਵਿੱਚ ਦੁਪਹਿਰ ਵੇਲੇ ਪੁਲਿਸ ਦੀ ਗੱਡੀ ਦੇ ਵਿੱਚ ਬੈਠੇ ਬਦਮਾਸ਼ੀ ਗਰੋਹ ਦੇ ਇੱਕ ਸ਼ਾਰਪ ਸ਼ੂਟਰ ਨੇ ਪਿਸਤੌਲ ਨਾਲ ਸਿਰ ਵਿੱਚ 3 ਗੋਲੀਆਂ ਮਾਰੀਆਂ ਸੀ। ਪੁਲਿਸ ਨੇ ਗੈਂਗਸਟਰ ਅਜੇ ਉਰਫ ਬਿੱਟੂ ਬਰੋਨਾ ਦੇ, ਜਿਹਾਂ ਬਿੱਟੂ ਬਰੋਨਾ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਪੇਸ਼ੀ ਲਈ ਲਿਆਂਦਾ ਸੀ। ਘਟਨਾ ਤੋਂ ਕੁਝ ਮਿੰਟਾਂ ਬਾਅਦ ਹੀ ਪਿੰਡ ਬਰੋਨਾ ਦੇ ਵਿੱਚ ਸਕਾਰਪੀਓ ਸਵਾਰ 4-5 ਹਮਲਾਵਰਾਂ ਨੇ ਅਜੇ ਦੇ ਪਿਤਾ ਨੂੰ ਗੋਲੀਆਂ ਮਾਰ ਕੇ ਆਪਣਾ ਸ਼ਿਕਾਰ ਬਣਾ ਲਿਆ ਸੀ। ਗੋਲੀਆਂ ਮਾਰਨ ਵਾਲਿਆਂ ਵਿੱਚ ਮੋਹਿਤ ਵੀ ਸ਼ਾਮਲ ਸੀ। ਉਹਨਾਂ ਵਿੱਚੋਂ ਮੋਹਿਤ ਇੱਕ ਸੀ। ਅਜੇ ਨੂੰ PGI ਵਿੱਚ ਭਰਤੀ ਕਰਵਾਇਆ ਗਿਆ ਸੀ। ਕਾਂਸਟੇਬਲ ਨੇ 15 ਲੱਖ ਰੁਪਏ ਦੇ ਲੈਣ ਦੇਣ ਦੇ ਮਾਮਲੇ ਦੇ ਵਿੱਚ ਪਤਾ ਲੱਗਿਆ ਕਿ ਗੋਲੀਆਂ ਮਾਰੀਆਂ ਸੀ, ਜਦ ਕਿ ਪੁਲਿਸ ਨੂੰ ਇਸ ਗੈਂਗਵਾਰ ਨਾਲ ਜੋੜ ਕੇ ਜਾਂਚ ਕਰ ਰਹੀ ਸੀ ਕਿ ਅਸਲ ਦੇ ਵਿੱਚ ਮਾਮਲਾ ਕੀ ਹੈ, ਕਿਉਂਕਿ ਇਹਨੇ ਇੱਕ ਨਹੀਂ ਕਈ ਕਤਲकांडाਂ ਨੂੰ, ਕਈ ਇਸ ਤਰ੍ਹਾਂ ਦੇ ਜਿਹੜੇ ਘਟਨਾਕ੍ਰਮ ਵਾਪਰੇ ਸੀ ਉਹਨਾਂ ਨੂੰ ਅੰਜਾਮ ਦਿੱਤਾ ਸੀ। ਤੇ ਦੂਸਰੇ ਪਾਸੇ ਬਡੌਨਾ ਦੇ ਵਿੱਚ ਉਸ ਦਾ ਕਤਲ ਕਰਨ ਤੋਂ ਬਾਅਦ ਇਹ ਗੈਂਗਸਟਰ ਸੈਦਪੁਰ ਦੇ ਵਿੱਚ JJP ਆਗੂ ਦਾ ਕਤਲ ਕਰਨ ਵਾਸਤੇ ਗਏ ਸੀ, ਪਰ ਉਹ ਮੌਕੇ ਤੇ ਮਿਲਿਆ ਨਹੀਂ ਸੀ। ਪੇਸ਼ੀ ਤੋਂ ਬਾਅਦ ਉਹ ਅਦਾਲਤੀ ਹਾਤੇ ਵਿੱਚ ਬਖਸ਼ੀਖਾਨਾ ਨੇੜੇ ਕੈਦੀ ਗੱਡੀ ਵਿੱਚ ਬੈਠਾ ਸੀ। ਉਸ ਸਮੇਂ ਕਾਂਸਟੇਬਲ ਮਹੇਸ਼ ਨੇ ਆਪਣੀ ਜੇਬ ਚੋਂ ਪਿਸਤੌਲ ਕੱਢ ਕੇ ਅਜੇ ਦੇ ਸਿਰ ਤੇ 3 ਗੋਲੀਆਂ ਮਾਰ ਦਿੱਤੀਆਂ ਸੀ। ਘਟਨਾ ਕਰੀਬ 5:10 ਕਚਹਿਰੀ ਚੌਂਕ ਦੇ ਵਿੱਚ ਸ਼ਾਰਪ ਸ਼ੂਟਰ ਅਜੇ ਦੇ ਪਿੰਡ ਬਰੋਨਾ 'ਚ ਉਸ ਦੇ ਪਿਤਾ ਕ੍ਰਿਸ਼ਨ ਤੇ ਹਮਲਾਵਰਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਉਹ ਗੋਲੀਆਂ ਮਾਰ ਦਿੱਤੀਆਂ ਸੀ। ਤੇ ਘਟਨਾਵਾਂ ਇੱਕ ਤੋਂ ਬਾਅਦ ਇੱਕ ਘਟਦੀਆਂ ਗਈਆਂ, ਪਰ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਣ ਦੇ ਵਿੱਚ ਕਾਮਯਾਬ ਹੁੰਦੇ ਰਹੇ। ਪਰ ਆਖਰਕਾਰ STF ਨੇ
इस शार्प शूटर ਨੂੰ गिरफ्तार कर लिया ਤੇ ਆਪਣੇ ਆਪ ਦੇ ਵਿੱਚ ਕੋਈ ਵੱਡੀ ਪ੍ਰਾਪਤੀ ਦੱਸੀ ਜਾ ਰਹੀ है। पर इस व्यक्ति का कि सिद्धू मूसेवाला कतलकांड के नाल कोई संबंध है या नहीं, ਇਹਦੀ ਜਾਂਚ पड़ताल होएगी। क्योंकि हाले भी एक सवाल बनया होया है, भावें कही जाते हैं कि हथियार ड्रोन राही पाकिस्तान वाले पासों आ गए, भावें कही जाते हैं कि अमरीका के एक जिहड़ा डीलर है हथियारों का उहदा भी नाम गूंजण लग्या है। पर हाले भी ये गल यकीन नाल नहीं आखी गई कि भाई हथियार कित्थों आए, कौन लियाया, वारदात तो बाद वो हथियार गए कित्थे। हो सकता है कि एक दूसरे नाल कड़ियां जुड़दियां किते ना किते तस्वीर साफ हो जाए। तो हुण गल करते हैं भ्रिष्टाचार की। भ्रिष्टाचार के दोष के विच गिरफ्तारियां लगातार पंजाब दे विच हो रही ने। कल तुहाडे नाल खबर साझी कीती सी कि पंजाब के IAS अफसर संजय पोपली वो गिरफ्तार कर लए गए सी ते नाल उन्हां दा एक होर साथी गिरफ्तार कर लिया गया सी। पर पोपली दीयां मुश्किलां हुण लगातार वध रहीआं ने। पंजाब के मुख मंत्री भगवंत मान दे कोल खबर मिल रही है कि करनाल दे 2 होर ठेकेदार आ गए ने, भाव 4 होर शिकायतां आ गईयां ने पोपली के खिलाफ। ठेकेदारां ने अपनी शिकायत दे विच गल दसी है कि उन्हां कोलों मोरिंडा अते तलवाड़ा दे विच सीवरेज लाइन विछाउण दे वास्ते पेमेंट की अदायगी के बदले इस IAS ऑफिसर ने 2% कमीशन की मंग की सी। ते उन्हां नूं फिर एक जलंधर के होटल दे विच बुलाया गया, बुलाया ही नहीं गया, कहते उत्थे धमकाया भी गया। दसना बनता कि पोपली इस वक्त पुलिस की गिरफ्त विच ने अते उन्हां दा 2 दिन का रिमांड लिया होया सी। ते पोपली के खिलाफ राजेश कंस्ट्रक्शन कंपनी ने शिकायत दी है कि उन्हां तो 16 करोड़ रुपए की पेमेंट के बदले 2% कमीशन भाव रिश्वत की मंग की गई सी। ठेकेदारां ने मोरिंडे अते तलवाड़े दे विच सीवरेज लाइन विछाई सी। कमीशन ना देण ते पेमेंट रोकण की धमकी दे दित्ती सी। अगले नूं पता कि करोड़ां रुपया भाई रोक लूगा। ठेकेदारां नूं 12 दसंबर ते 2021 नूं जलंधर के होटल दे विच सद्दिया गया, उत्थे मीटिंग हुई। ठेकेदारां ने दोष लाया है कि उन्हां नूं आखिया गया कि जेकर 2% कमीशन नहीं दिओगे तो तुहानूं झूठे केस दे विच फसा दित्ता जाएगा, तो यह धमकी दित्ती गई। तो फिर 14 दसंबर नूं पोपली ने ठेकेदार नूं फिर दफ्तर दे विच बुलाया। उत्थे ठेकेदार तो 5 लाख रुपए की मंग की गई। तो ठेकेदार ने फिर अपने किसी दोस्त तो पैसे उधार मंगे अते पोपली द्वारा भेजे गए बंदे के हत्थ फड़ा दिते। इहदे नाल ही पोपली के चंडीगढ़ स्थित घर की तलाशी भी लै जाण की खबर है अते तलाशी के दौरान दर्जन भर तो ज़्यादा वक्-वक् तरह के कारतूस बरामद होए है। दस्सिया जा रहा है कि पोपली इस संबंधी कोई दस्तावेज दिखा नहीं सकिया, जिस तो बाद चंडीगढ़ पुलिस के थाना सैक्टर 11 के विच एक होर मुकदमा दर्ज कर दिता गया है। जानकारी के अनुसार मंगलवार की शाम नूं विजिलेंस ब्यूरो पंजाब वालों IAS अधिकारी संजय पोपली के घर की तलाशी वास्ते एक टीम भेजी गई सी। तलाशी के दौरान उहदे घर दे विचों 7.65 बोर के 41 कारतूस, 32 बोर के 2 कारतूस, 0.22 बोर के 30 कारतूस बरामद होए ने। जानकारी अनुसार विजिलेंस टीम के वलों इस बरामदगी संबंधी IAS संजय पोपली तो पुछगिछ की गई। ना वो दस्तावेज दिखा सकिया ते ना ही कोई ढुकमा जवाब दे सकिया। उत्थे विजिलेंस के सूत्रां का कहना है कि जेकर आर्म्स लाइसेंस भी होवे तां भी इन्नी वड्डी गिणती दे विच घरे कारतूस रखे नहीं जा सकते। हुण क्यों रखे ने, क्यों नहीं रखे, ये एक वक्री जांच का विषय हो गया। दसना बनता है कि पंजाब के पेंशन डायरैक्टर के अहुदे ते तैनात होया करते सन सीनियर IAS संजय पोपली, जिन्होंने बीते दिनी विजिलेंस ने गिरफ्तार किया सी भ्रिष्टाचार के मामले च। जदों करनाल के ठेकेदार संजय ने 7.5 करोड़ के एक प्रोजैक्ट के बदले 1% कमीशन की मंग के बदले पंजाब के मुख मंत्री भगवंत मान नूं शिकायत भेज दी सी। ते उस वक्त संजय पोपली पंजाब सीवरेज बोर्ड के CEO सन। उन्हें 3.5 लाख रुपए चंडीगढ़ के संजय वत्स नूं दे दिते सी ते फिर 3.5 लाख रुपए जिहड़े बचते सी उन्हां दी दोबारा मंग करनी शुरू कर दी। पर पोपली का उदों तक इस महकमे दे विचों सीवरेज बोर्ड दे विचों तबादला हो गया सी। तो फिर वो ठेकेदार कहन लग्या कि जदों वो इस महकमे का हुण अफसर ही नहीं रहा तो पैसे किहड़ी गल्लों दिते जाण। तो फिर गल इत्थे ही नहीं रुकी। उन्होंने डराउण दे वास्ते अबोहर दे विच उस ठेकेदार के खिलाफ एक औरत खड़ी की गई
ਅਤੇ ਇੱਕ ਛੇੜਛਾੜ ਦਾ ਫਰਜ਼ੀ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੋਪਲੀ ਦੇ ਵੱਲੋਂ ਪੈਸੇ ਲੈਣ ਵਾਲੇ ਅਫਸਰ ਸੰਜੇ ਨੂੰ ਵੀ ਬੀਤੇ ਦਿਨੀ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ ਸੀ। ਹੁਣ ਉਮੀਦ ਇਹ ਵੀ ਹੈ ਕਿ ਵਿਜੀਲੈਂਸ ਸੰਜੇ ਪੋਪਲੀ ਦੇ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਜਾਂ ਬਣਾਉਣ ਜਾਂ ਖਰੀਦਣ ਦਾ ਕੇਸ ਦਰਜ ਕਰ ਸਕਦੀ ਹੈ ਅਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਾਂਚ ਦੇ ਵਿੱਚ ਪੋਪਲੀ ਦੀਆਂ ਕਈਆਂ ਜਾਇਦਾਦਾਂ ਦਾ ਖੁਲਾਸਾ ਵੀ ਹੋ ਗਿਆ ਤੇ ਕਈਆਂ ਦੇ ਹੋਰ ਨਾਮਦੇ ਵੀ ਕਸੇ ਜਾਣੇ ਤੇ ਕਈਆਂ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹੈ। ਹੁਣ ਤੁਸੀਂ ਦੇਖੋ, ਸੱਚਮੁੱਚ ਇੰਝ ਲੱਗਦਾ ਹੈ ਕਿ ਲੋਕ ਡਰੇ ਹੋਏ ਸੀ। ਲੋਕ ਜਾਂ ਤਾਂ ਸ਼ਿਕਾਇਤ ਕਰਦੇ ਸੀ, ਉਹਦੇ ਤੇ ਕੋਈ ਕਾਰਵਾਈ ਨਹੀਂ ਸੀ ਹੁੰਦੀ, ਹੱਥ ਤੇ ਹੱਥ ਰੱਖ ਕੇ ਬੈਠ ਜਾਂਦੇ ਸੀ ਹੁਣ ਕਰੀਏ ਤਾਂ ਕੀ ਕਰੀਏ। ਜਿਸ ਦਿਨ ਤੋਂ ਸਰਕਾਰ ਨੇ ਇੱਕ ਨੰਬਰ ਜਾਰੀ ਕੀਤਾ ਹੈ, ਲਗਾਤਾਰ ਸ਼ਿਕਾਇਤਾਂ ਵੀ ਤੇ ਲਗਾਤਾਰ ਕਾਰਵਾਈਆਂ ਵੀ ਹੋ ਜਾਂਦੀਆਂ ਨੇ। ਅੱਜ ਪ੍ਰੋਗਰਾਮ ਪੰਜਾਬ ਬੋਲਦਾ 'ਚ ਜ਼ਿਕਰ ਕੀਤਾ ਸੀ ਕਿ ਇੱਕ ਰਿਸ਼ਵਤ ਲੈਂਦਾ ਰੰਗੇ ਹੱਥੀਂ ਮਾਛੀਵਾੜਾ ਦੇ ਵਿੱਚ ਕਾਨੂੰਗੋ ਫੜਿਆ ਔਰ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ 4 ਸਾਲ ਤੋਂ ਜੁੱਤੀਆਂ ਘਸ ਗਈਆਂ ਸੀ ਉਹਦੀਆਂ, ਨਾ ਕੋਈ ਸ਼ਿਕਾਇਤ ਸੁਣਦਾ ਸੀ ਤੇ ਨਾ ਉਹਦੀ ਤਕਸੀਮ ਹੁੰਦੀ ਸੀ, ਪਰ ਆਖਰਕਾਰ ਉਹ ਖੁਸ਼ ਸੀ ਤੇ ਨਾਲ ਉਹਨੇ ਸਾਰੇ ਮਹਿਕਮੇ ਦੇ ਉੱਤੇ ਦੋਸ਼ ਲਾਏ ਸੀ। ਪਰ ਹੁਣ ਤੁਸੀਂ ਦੇਖਿਓ ਕਿ ਨਾ ਪੁਲਿਸ ਵਾਲੇ, ਨਾ ਸਿਰਫ ਕਾਨੂੰਗੋ ਪਟਵਾਰੀ, ਆ ਤਾਂ ਗੱਲ ਅੱਗੇ ਤੱਕ ਜਾ ਰਹੀ ਹੈ। IAS, IPS, PCS, ਆ ਵੱਡੇ ਵੱਡੇ ਅਫਸਰਾਂ ਦੇ ਖਿਲਾਫ ਸ਼ਿਕਾਇਤਾਂ ਦਾ ਹੜ੍ਹ ਆ ਗਿਆ। ਆਇਆ ਕਦੋਂ? ਜਦੋਂ IAS ਸੰਜੇ ਪੋਪਲੀ ਦੀ ਗ੍ਰਿਫਤਾਰੀ ਹੋ ਗਈ। ਉਹਨੂੰ ਲੱਗਿਆ ਕਿ ਹੁਣ ਜੇ ਇਹਦੀ ਗ੍ਰਿਫਤਾਰੀ ਹੋ ਗਈ, ਸ਼ਿਕਾਇਤ ਇੱਕ ਠੇਕੇਦਾਰ ਨੇ ਭੇਜੀ ਸੀ ਤੇ ਜਾਂਚ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਆਪਣੀ ਸ਼ਿਕਾਇਤ ਦੇ ਉੱਤੇ ਵੀ ਕੋਈ ਨਾ ਕੋਈ ਸੁਣਵਾਈ ਹੋਏਗੀ। ਖਬਰ ਹੈ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਤੈਨਾਤ IAS, PCS, IPS ਇਹ ਵੱਡੇ ਵੱਡੇ ਅਫਸਰ ਨੇ ਜਿਹੜੇ ਜਿਨ੍ਹਾਂ ਨੇ ਲੋਕਾਂ ਨੂੰ ਸਰਵਿਸ ਦੇਣੀ ਸੀ, ਪਰ ਸ਼ਿਕਾਇਤਾਂ ਇਹਨਾਂ ਦੇ ਖਿਲਾਫ ਮਿਲ ਰਹੀਆਂ ਤੇ ਗਿਣਤੀ ਲਗਾਤਾਰ ਵਧ ਰਹੀ ਹੈ। ਲੋਕਾਂ ਨੂੰ ਦੁਖੀ ਕੀਤਾ ਸੀ ਇਹਨਾਂ ਨੇ। ਜਿਨ੍ਹਾਂ ਦੇ ਖਿਲਾਫ ਸ਼ਿਕਾਇਤਾਂ ਮਿਲ ਰਹੀਆਂ ਨੇ ਉਹਨਾਂ ਵਿੱਚੋਂ ਹੁਣ ਕਈ ਸਾਬਕਾ ਵੀ ਹੋ ਚੁੱਕੇ ਨੇ ਤੇ ਅਸਲ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਦੇ ਉੱਤੇ ਵੱਖ-ਵੱਖ ਵਿਭਾਗਾਂ ਦੇ ਸਾਬਕਾ ਤੇ ਮੌਜੂਦਾ ਅਫਸਰਾਂ ਦੇ ਵਿਰੁੱਧ 20 ਤੋਂ ਵੱਧ ਸ਼ਿਕਾਇਤਾਂ ਮਿਲ ਗਈਆਂ ਨੇ। ਵਿਜੀਲੈਂਸ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਸ਼ੁਰੂ ਕਰ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤਾਂ ਪੂਰੇ ਦਸਤਾਵੇਜ਼ ਦੇ ਨਾਲ ਕੀਤੀਆਂ ਗਈਆਂ ਨੇ। ਇਹਦੇ ਤੋਂ ਇਲਾਵਾ ਲੈਣ ਦੇਣ ਦੇ ਵੀਡੀਓ ਕਲਿੱਪ ਵੀ ਨਾਲ ਭੇਜੇ ਗਏ ਨੇ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਦੇ ਵਿੱਚ ਜਲਦੀ ਕੁਝ ਗ੍ਰਿਫਤਾਰੀਆਂ ਵੱਡੇ ਵੱਡੇ ਅਫਸਰਾਂ ਦੀਆਂ ਹੋ ਸਕਦੀਆਂ ਨੇ। ਹੈਲਪਲਾਈਨ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 45 ਤੋਂ ਵੱਧ ਅਫਸਰਾਂ ਅਤੇ ਮੁਲਾਜ਼ਮਾਂ ਦੇ ਵਿਰੁੱਧ ਕਾਰਵਾਈਆਂ ਪੈ ਚੁੱਕੀਆਂ ਨੇ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਸਰਕਾਰੀ ਵਿਭਾਗਾਂ ਦੇ ਵਿੱਚ ਅਦਾਇਗੀਆਂ ਜਾਰੀ ਕਰਨ ਲਈ ਅਫਸਰਾਂ ਤੋਂ ਲੈ ਕੇ ਕਲਰਕਾਂ ਤੱਕ ਕਮਿਸ਼ਨ ਮੰਗਿਆ ਜਾਂਦਾ ਹੈ। ਇੱਥੋਂ ਤੱਕ ਕਿ ਨਵੀਆਂ ਅਦਾਇਗੀਆਂ ਜਾਰੀ ਕਰਨ ਲਈ ਵੀ ਕਮਿਸ਼ਨ ਦੀ ਮੰਗ ਕੀਤੀ ਜਾਂਦੀ ਹੈ ਤੇ ਅਜਿਹੀਆਂ ਸ਼ਿਕਾਇਤਾਂ ਲਗਾਤਾਰ ਜਾ ਰਹੀਆਂ ਨੇ ਤੇ ਹੜ੍ਹ ਆਇਆ ਪਿਆ। ਉਮੀਦ ਵੱਜੀ ਹੈ ਕਿ ਸ਼ਾਇਦ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਮਿਲ ਸਕਦਾ, ਪਰ ਕਿਵੇਂ ਮਿਲੂਗਾ? ਉਹਦੇ ਵਾਸਤੇ ਜਿਸ ਤਰੀਕੇ ਨਾਲ ਲੋਕ ਹੁਣ ਜਾਗਰੂਕ ਹੋਏ ਨੇ, ਲੋਕ ਆਪਣੇ ਫਰਜ਼ ਅਦਾ ਕਰਨ ਲੱਗੇ ਨੇ ਤੇ ਉਮੀਦ ਹੈ ਕਿ ਕੁਝ ਇੱਕ ਲੋਕ ਬੇਨਕਾਬ ਹੋਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪੰਜਾਬ ਦੇ ਸਾਬਕਾ ਮੰਤਰੀ, ਕੁਝ ਸਾਬਕਾ ਵਿਧਾਇਕ, ਕੁਝ ਮੌਜੂਦਾ ਵਿਧਾਇਕ ਤੁਸੀਂ ਦੇਖੋਗੇ ਕਿ ਜਿਨ੍ਹਾਂ ਦੇ ਖਿਲਾਫ ਜਾਂਚ ਖੁੱਲੂ ਅਤੇ ਜਿਨ੍ਹਾਂ ਦੀਆਂ ਗ੍ਰਿਫਤਾਰੀਆਂ ਹੋਣਗੀਆਂ। ਤੇ ਹੁਣ ਕਿਸਾਨੀ ਦੇ ਨਾਲ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਸਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਨਰਮਾ ਪੱਟੀ ਪਿਛਲੇ ਸਾਲ ਵੀ ਝੰਬ ਦਿੱਤੀ ਸੀ ਗੁਲਾਬੀ ਸੁੰਡੀ ਨੇ। ਬਹੁਤ ਸਾਰੇ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਤੇ ਕਈਆਂ ਨੇ ਖੁਦਕੁਸ਼ੀਆਂ ਕਰ ਲਈਆਂ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸੇ ਮਸਲੇ ਨੂੰ ਆਧਾਰ ਬਣਾ ਕੇ ਖੇਤੀਬਾੜੀ ਵਿਭਾਗ ਨੂੰ ਪੰਜਾਬ ਦੀ ਜਿਹੜੀ ਨਰਮਾ ਪੱਟੀ ਆ ਉਹਦੇ ਵਿੱਚ ਗੁਲਾਬੀ ਸੁੰਡੀ ਦੇ ਫੈਲਾਅ ਨੂੰ ਰੋਕਣ ਦੇ ਵਾਸਤੇ ਲੋੜੀਂਦੇ ਕਦਮ ਚੁੱਕਣ ਦੇ ਵਾਸਤੇ ਨਿਰਦੇਸ਼ ਦਿੱਤੇ ਹੈ। ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਕੁਝ ਖੇਤਰਾਂ ਦੇ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੀਆਂ ਰਿਪੋਰਟਾਂ ਆ ਰਹੀਆਂ ਨੇ ਤੇ ਉਹਦਾ ਉਹਨਾਂ ਨੇ ਨੋਟਿਸ ਲੈ ਲਿਆ ਤੇ ਖੇਤੀਬਾੜੀ ਵਿਭਾਗ ਨੂੰ ਨਰਮਾ ਪੱਟੀ ਦੇ ਵਿੱਚ ਪੱਕੇ ਤੌਰ ਤੇ ਆਪਣੀਆਂ ਟੀਮਾਂ ਤਾਇਨਾਤ ਕਰਨ ਦੇ ਵਾਸਤੇ ਉਹਨਾਂ ਨੇ ਆਖ ਦਿੱਤਾ ਹੈ। ਉਹ ਕਹਿੰਦੇ ਜੋ ਸ਼ੁਰੂਆਤੀ ਪੜਾਏ ਇਸ ਹਮਲੇ ਦੀ ਰੋਕਥਾਮ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਇਹ ਵੀ ਆਖਿਆ ਕਿ ਯਕੀਨੀ ਬਣਾਉਣਾ ਸਮੇਂ ਦੀ ਲੋੜ ਵੀ ਹੈ ਅਤੇ ਨਰਮੇ ਦੀ ਕਾਸ਼ਤ ਕਰਨ ਵਾਲੇ ਖੇਤਰਾਂ ਦੇ ਵਿੱਚ ਗੁਲਾਬੀ ਸੁੰਡੀ ਦਾ ਫੈਲਾਅ ਹੋ ਨਾ ਸਕੇ, ਵੱਧ ਨਾ ਸਕੇ, ਇਹਦੀ ਕਸਰ ਕੋਈ ਨਾ ਛੱਡੀ ਜਾਵੇ। ਇਹ ਹੁਣ ਖੇਤੀਬਾੜੀ ਮਾਹਿਰਾਂ ਨੇ ਕਿਵੇਂ ਇਹ ਫੈਲਾਅ ਰੋਕਣਾ ਹੈ, ਇਹ ਜ਼ਿੰਮੇਵਾਰੀ ਹੁਣ ਉਹਨਾਂ ਤੇ ਹੈ। ਮੁੱਖ ਮੰਤਰੀ ਨੇ ਆਖਿਆ ਕਿ ਖੇਤੀਬਾੜੀ ਵਿਭਾਗ ਇਹ ਯਕੀਨੀ ਬਣਾਵੇ ਕਿ ਕਿਸਾਨਾਂ ਦਾ ਕੋਈ ਨੁਕਸਾਨ ਨਾ ਹੋਵੇ, ਜਿਸ ਲਈ ਗੁਲਾਬੀ ਸੁੰਡੀ ਦੇ ਹਮਲੇ ਦਾ ਟਾਕਰਾ ਕਰਨ ਦੀ ਲੋੜ ਹੈ ਤੇ ਟਾਕਰਾ ਕੀਤਾ ਜਾਵੇ।
ਉਹਨਾਂ ਨੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੂੰ ਮਾਲਵਾ ਖੇਤਰ ਦੇ ਵਿੱਚ ਵੱਡੇ ਪੱਧਰ ਉੱਤੇ ਦੌਰਾ ਕਰਨ ਦੇ ਵਾਸਤੇ ਵੀ ਆਖ ਦਿੱਤਾ ਹੈ। ਹਮਲੇ ਦੀ ਤੀਬਰਤਾ ਦਾ ਜਾਇਜ਼ਾ ਲੈਣ ਵਾਸਤੇ ਵੀ ਆਖ ਦਿੱਤਾ ਹੈ, ਜਿਸ ਤੋਂ ਬਾਅਦ ਲੋੜੀਂਦੀ ਕਾਰਵਾਈ ਕਰਨ ਵਾਸਤੇ ਵੀ ਆਖ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਟੀਮਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਨ ਅਤੇ ਫੌਰੀ ਤੌਰ ਤੇ ਲੋੜੀਂਦੀ ਕਾਰਵਾਈ ਕਰਨ। ਉਹਨਾਂ ਇਹ ਵੀ ਆਖਿਆ ਕਿ ਇਸ ਕੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁਣ ਵੇਖਦੇ ਹਾਂ ਕਿ ਕੀ ਸੱਚਮੁੱਚ ਉਹਨਾਂ ਦੇ ਵੰਗ ਹੇਠ ਢੰਗ ਹੇਠ ਇਹ ਆਉਂਦੀ ਹੈ ਗੁਲਾਬੀ ਸੁੰਡੀ, ਕਿਉਂਕਿ ਨੇ ਪਿਛਲੀ ਫਸਲ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਤੇ ਇਸ ਵਾਰ ਵੀ ਕਿਸਾਨ ਫੇਰ ਆਖਦੇ ਹੈ ਕਿ ਅਸੀਂ ਮੁੱਖ ਮੰਤਰੀ ਪੰਜਾਬ ਦੀ ਉਹ ਅਪੀਲ ਸੁਣ ਕੇ ਕਿ ਪਾਣੀ ਬਚਾਈਏ, ਝੋਨਾ ਘਟਾਈਏ, ਅਸੀਂ ਜਿੱਥੇ ਪਹਿਲਾਂ ਝੋਨਾ ਲਾਉਂਦੇ ਸੀ ਇਸ ਵਾਰ ਕਈਆਂ ਥਾਵਾਂ ਤੇ ਉੱਥੇ ਵੀ ਨਰਮੇ ਦੀ ਬਿਜਾਈ ਕੀਤੀ ਹੈ, ਪਰ ਉਹਨਾਂ ਉੱਤੇ ਹਮਲੇ ਦੀਆਂ ਖਬਰਾਂ ਮਿਲ ਰਹੀਆਂ ਨੇ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਆਹ ਨਿਰਦੇਸ਼ ਜਾਰੀ ਕੀਤੇ ਹੈ। ਵੇਖਦੇ ਹਾਂ ਕਿ ਕੀ ਇਸ ਹਮਲੇ ਨੂੰ ਰੋਕਣ ਦੇ ਵਿੱਚ ਖੇਤੀਬਾੜੀ ਵਿਭਾਗ ਕਾਮਯਾਬ ਹੁੰਦਾ ਹੈ ਜਾਂ ਫਿਰ ਨਹੀਂ। ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।